ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖਸ ਐਵਰੀਵੇਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੀ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਦੀ ਸ਼ਾਨ ਪਗੜੀ, ਜਿਸ ਕਰਕੇ ਪੰਜਾਬੀਆਂ ਨੂੰ ਸਾਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਤੇ ਇਸ ਦੇ ਲਈ ਹੀ ਜਾਣਕਾਰੀ ਲੈਣ ਲਈ ਪਹੁੰਚੇ ਹਾਂ ਸਰਦਾਰ ਬਲਵਿੰਦਰ ਸਿੰਘ ਟਰਬਨ ਕੋਚ ਕੋਲ। ਤੇ ਆਓ ਅਸੀਂ ਉਹਨਾਂ ਕੋਲੋਂ ਪੁੱਛਦੇ ਹਾਂ ਕਿ ਪੱਗ ਕਿਸ ਤਰ੍ਹਾਂ ਬੰਨ੍ਹੀ ਜਾਂਦੀ ਹੈ ਤੇ ਇਸ ਨੂੰ ਕਿਵੇਂ ਸਿੱਖਿਆ ਜਾਂਦਾ ਹੈ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੇ ਵੀਰ ਜੀ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਤੁਹਾਨੂੰ ਪੱਗ ਬੰਨ੍ਹਦੇ ਕਿੰਨਾ ਸਮਾਂ ਹੋ ਚੁੱਕਾ ਹੈ। ਵੀਰ ਜੀ ਜਦੋਂ ਮੈਂ ਛੋਟਾ ਸੀ ਮੇਰੇ ਘਰ ਦੇ ਵਿੱਚ ਮੇਰੇ ਫਾਦਰ ਸਾਹਿਬ ਮੇਰੇ ਚਾਚਾ ਜੀ ਦਸਤਾਰ ਸਜਾਉਂਦੇ ਸੀ। ਉਹਨਾਂ ਦੇ ਵੱਲ ਦੇਖ ਕੇ ਮੇਰੇ ਦਿਲ 'ਚ ਉਤਸ਼ਾਹ ਪੈਦਾ ਹੋਇਆ ਕਿ ਮੈਂ ਵੀ ਇੱਕ ਸੋਹਣੀ ਦਸਤਾਰ ਬੰਨ੍ਹਣੀ ਸ਼ੁਰੂ ਕਰਾਂ। ਤੇ ਮੇਰੇ ਚਾਚਾ ਜੀ ਨੇ ਜੋ ਸਰਦਾਰ ਕੁਲਵਿੰਦਰ ਸਿੰਘ ਜੀ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਸਿੱਖ ਦੇ ਲਈ ਦਸਤਾਰ ਬੰਨ੍ਹਣੀ ਬਹੁਤ ਜ਼ਰੂਰੀ ਹੈ, ਬਹੁਤ ਮਹੱਤਵ ਹੈ ਦਸਤਾਰ ਦਾ। ਸਿੱਖ ਦੀ ਅਸਲੀ ਪਹਿਚਾਣ ਦਸਤਾਰ ਤੋਂ ਹੀ ਹੈ ਤੇ ਇਸ ਦੇ ਲਈ ਫਿਰ ਮੈਂ ਦਸਤਾਰ ਬੰਨ੍ਹਣੀ ਸ਼ੁਰੂ ਕਰ ਦਿੱਤੀ। ਤਾਂ ਤਕਰੀਬਨ ਮੈਨੂੰ ਅੱਜ 14 ਤੋਂ 15 ਸਾਲ ਹੋ ਚੁੱਕੇ ਦਸਤਾਰ ਬੰਨ੍ਹਦਿਆਂ। ਤਾਂ ਹੁਣ ਮੈਂ ਪੱਗਾਂ ਦੀ ਫਰੀ ਸਿਖਲਾਈ ਵੀ ਦਿੰਦਾ। ਜਿਵੇਂ ਤੁਸੀਂ ਹੁਣ ਪੱਗਾਂ ਦੀ ਸਿਖਲਾਈ ਵੀ ਦਿੰਦੇ ਹੋ ਠੀਕ ਹੈ, ਜੇ ਆਮ ਤੁਹਾਡੇ ਕੋਲ ਕੋਈ ਬੰਦਾ ਆਵੇ ਪੱਗ ਸਿੱਖਣ ਲਈ ਤੇ ਤੁਸੀਂ ਉਹਨੂੰ ਕਿੰਨੇ ਕੁ ਦਿਨਾਂ ਵਿੱਚ ਟ੍ਰੇਨ ਕਰ ਦੋਗੇ? ਜਿਵੇਂ ਉਹ ਸਿੱਖਣ ਦਾ ਚਾਹਵਾਨ ਹੋਵੇ, ਜੇ ਉਹਦੇ ਦਿਲ 'ਚ ਕੋਈ ਉਤਸ਼ਾਹ ਪੈਦਾ ਹੁੰਦਾ ਹੋਵੇ ਕਿ ਮੈਂ ਇੱਕ ਸੋਹਣੀ ਦਸਤਾਰ ਸਜਾਵਾਂ, ਤੇ ਉਹ 15 ਤੋਂ 20 ਦਿਨ ਦੇ ਵਿੱਚ ਟ੍ਰੇਨਿੰਗ ਲੈ ਕੇ ਮੇਰੇ ਕੋਲ ਦਸਤਾਰ ਸਿੱਖ ਸਕਦਾ ਹੈ। ਲਗਾਤਾਰ ਅਭਿਆਸ ਕਰਕੇ ਬੰਦਾ 15 ਤੋਂ 20 ਦਿਨ ਦੇ ਵਿੱਚ ਬੜੀ ਸੋਹਣੀ ਦਸਤਾਰ ਇਦਾਂ ਦੀ ਦਸਤਾਰ ਸਜਾ ਸਕਦਾ। ਹਾਂਜੀ ਠੀਕ ਹੈ। ਬਾਕੀ ਦਸਤਾਰ ਸਿੱਖਣਾ ਜਾਂ ਨਾ ਸਿੱਖਣਾ ਆਪਣੇ ਖੁਦ ਤੇ ਡਿਪੈਂਡ ਆ। ਜਦੋਂ ਅਸੀਂ ਗੱਲ ਕਰਦੇ ਹਾਂ ਸਿੱਖ ਧਰਮ ਦੀ, ਸਿੱਖ ਧਰਮ ਵਿੱਚ ਮਰਦ ਤੇ ਔਰਤ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਗਿਆ ਹੈ। ਜਿੱਥੇ ਅਸੀਂ ਵੇਖਦੇ ਹਾਂ ਵੀ ਸਿੱਖ ਸਰਦਾਰ ਪੱਗ ਬੰਨ੍ਹਦੇ ਨੇ, ਉੱਥੇ ਸਿੱਖ ਧਰਮ ਵਿੱਚ ਬੀਬੀਆਂ ਵੀ ਦਸਤਾਰ ਸਜਾਉਂਦੀਆਂ ਨੇ। ਤੇ ਹੁਣ ਅਸੀਂ ਗੱਲ ਕਰਦੇ ਹਾਂ ਮਨਪ੍ਰੀਤ ਕੌਰ ਜੀ ਨਾਲ ਤੇ ਉਹਨਾਂ ਕੋਲ ਹੀ ਪੁੱਛਾਂਗੇ ਵੀ ਦਸਤਾਰ ਦਾ ਉਹਨਾਂ ਜੀਵਨ ਵਿੱਚ ਕੀ ਰੋਲ ਹੈ ਤੇ ਕੀ ਮਹੱਤਤਾ ਹੈ। ਆਓ ਜੀ ਅਸੀਂ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਪ੍ਰੀਤ ਕੌਰ ਜੀ ਅਸੀਂ ਤੁਹਾਡੇ ਕੋਲ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਇਹ ਦਸਤਾਰ ਬੰਨ੍ਹਣੀ ਕਦੋਂ ਸ਼ੁਰੂ ਕੀਤੀ? ਮੈਂ ਉਦੋਂ ਕਾਲਜ ਟਾਈਮਸ ਜੀ ਜਦੋਂ ਮੈਂ ਦਸਤਾਰ ਬੰਨ੍ਹਣੀ ਸ਼ੁਰੂ ਕੀਤੀ ਹੈ, ਮੈਂ ਇੱਕ ਮਾਡਲਿੰਗ ਕੰਪੀਟੀਸ਼ਨ ਸੀ ਜਿਹਦੇ 'ਚ ਮੈਂ ਪਾਰਟਿਸਿਪੇਟ ਕੀਤਾ ਸੀ। ਅਤੇ ਮੇਰੇ ਨਾਲ ਜਿਹੜੀ ਇੱਕ ਲੜਕੀ ਮਾਡਲਿੰਗ ਕਰ ਰਹੀ ਸੀ ਉਹ ਇੱਕ ਦਸਤਾਰ ਵਾਲੀ ਕੁੜੀ ਸੀ। ਜਦੋਂ ਮੈਂ ਸਾਡੀ ਫੋਟੋਗ੍ਰਾਫਸ ਸਾਨੂੰ ਮਿਲੀਆਂ ਵਾਪਸ ਤੇ ਮੈਂ ਦੇਖਿਆ ਕਿ ਉਹਦੇ ਤੇ ਮੇਰੇ 'ਚ ਕਿੰਨਾ ਡਿਫਰੈਂਸ ਹੈ, ਉਹਦਾ ਕਿੰਨਾ ਰੂਪ ਮਹਾਰਾਜ ਨੇ ਉਹਨੂੰ ਬਖਸ਼ਿਆ ਹੈ। ਸੋ ਮੈਨੂੰ ਉਹਦੇ ਵੱਲ ਵੇਖ ਕੇ ਆਪਣੇ ਆਪ 'ਤੇ ਬੜੀ ਸ਼ਰਮ ਆਈ ਕਿ ਮੈਂ ਅੰਮ੍ਰਿਤ ਛਕਿਆ ਹੈ ਅਤੇ ਸ਼ਾਇਦ ਮੈਨੂੰ ਵੀ ਦਸਤਾਰ, ਮੇਰਾ ਦਿਲ ਸੀ ਕਿ ਮੈਂ ਵੀ ਦਸਤਾਰ ਬੰਨ੍ਹਣਾ, ਮੇਰੇ ਮਨ 'ਚ ਇੱਛਾ ਤਾਂ ਸੀ ਪਰ ਉਹਨੂੰ ਵੇਖ ਕੇ ਮੈਂ ਹੋਰ ਪ੍ਰੇਰਿਤ ਹੋ ਗਈ। ਸੋ ਫਿਰ ਉਸ ਤੋਂ ਬਾਅਦ ਮੈਂ ਕਾਲਜ ਲਾਈਫ 'ਚ ਆਪਣੀ ਜਿਹੜੀ ਹੈ ਦਸਤਾਰ ਬੰਨ੍ਹਣੀ ਸ਼ੁਰੂ ਕਰ ਦਿੱਤੀ ਸੀ। ਤੇ ਅਸੀਂ ਤੁਹਾਡੇ ਕੋਲ ਵੀ ਜਾਣਨਾ ਚਾਹਾਂਗੇ ਵੀ ਦਸਤਾਰ ਬੰਨ੍ਹਣ ਤੋਂ ਬਾਅਦ ਵੀ ਤੁਹਾਡੇ ਜੀਵਨ 'ਚ ਕੁਝ ਫਰਕ ਆਇਆ? ਜਿਵੇਂ ਦਸਤਾਰ ਬੰਨ੍ਹਣ ਤੋਂ ਪਹਿਲਾਂ ਤੁਹਾਡੇ ਜੀਵਨ 'ਚ ਕੁਝ ਫਰਕ ਸੀ ਤੇ ਦਸਤਾਰ ਬੰਨ੍ਹਣ ਤੋਂ ਬਾਅਦ ਕੀ ਫਰਕ ਆ ਤੁਹਾਡੇ ਜੀਵਨ 'ਚ? ਬਿਲਕੁਲ ਬਹੁਤ ਜ਼ਿਆਦਾ ਫਰਕ ਆਇਆ ਕਿਉਂਕਿ ਇਹ ਜਦੋਂ ਦੀ ਮੈਂ ਦਸਤਾਰ ਬੰਨ੍ਹੀ ਲੋਕਾਂ ਦਾ ਨਜ਼ਰੀਆ ਮੇਰੇ ਪ੍ਰਤੀ ਬਿਲਕੁਲ ਚੇਂਜ ਹੋ ਗਿਆ। ਕਿਉਂਕਿ ਪਹਿਲਾਂ ਲੋਕ ਉਨੀ ਰਿਸਪੈਕਟ ਤੁਹਾਨੂੰ ਨਹੀਂ ਦਿੰਦੇ, ਪਰ ਜਦੋਂ ਦਸਤਾਰ ਤੁਹਾਨੂੰ ਵੇਖਦੇ ਆ ਤੁਹਾਡਾ ਕਿਰਦਾਰ ਚਾਹੇ ਕਿਸ ਤਰ੍ਹਾਂ ਦਾ ਵੀ ਹੋਵੇ, ਪਰ ਜਦੋਂ ਤੁਹਾਨੂੰ ਕੋਈ ਦੇਖਦਾ ਕਿ ਤੁਸੀਂ ਦਸਤਾਰ ਬੰਨ੍ਹੀ ਹੈ ਤੇ ਉਹਦੇ ਤੁਹਾਡਾ ਨਜ਼ਰੀਆ ਤੁਹਾਨੂੰ ਦੇਖਣ ਦਾ, ਤੁਹਾਨੂੰ ਰਿਸਪੈਕਟ ਦੇਣ ਦਾ, ਉਹਦੇ ਆਪਣੇ ਆਪ ਹੀ ਤੁਹਾਨੂੰ ਆਦਰ ਦੇਣਾ ਸ਼ੁਰੂ ਕਰ ਦਿੰਦੇ ਨੇ। ਤੇ ਤੁਹਾਡੇ ਕੋਲ ਫਿਰ ਬਹੁਤ ਵਧੀਆ ਜੀ। ਤੇ ਤੁਹਾਡੇ ਕੋਲ ਅਸੀਂ ਵੀ ਜਾਣਨਾ ਚਾਹਾਂਗੇ ਵੀ ਜਿਵੇਂ ਕਿ ਮਰਦ ਦਸਤਾਰ ਬੰਨ੍ਹਦੇ ਨੇ ਸਿੱਖ ਧਰਮ ਵਿੱਚ, ਵੀ ਉਸੇ ਤਰ੍ਹਾਂ ਸਿੱਖ ਧਰਮ ਵਿੱਚ ਇੱਕ ਔਰਤ ਨੂੰ ਦਸਤਾਰ ਬੰਨ੍ਹਣਾ ਜ਼ਰੂਰੀ ਹੈ? ਬਿਲਕੁਲ ਜ਼ਰੂਰੀ ਹੈ। ਦੇਖੋ ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਅੰਗਦ ਦੇਵ ਜੀ, ਸਾਡੇ ਸਾਰੇ ਗੁਰੂ ਸਾਹਿਬਾਨ ਨੇ ਔਰਤਾਂ ਤੇ ਮਰਦਾਂ ਦਾ ਜਿਹੜਾ ਸਿੱਖ ਧਰਮ ਦੇ ਵਿੱਚ ਵਿਤਕਰਾ ਸੀ ਉਹਨੂੰ ਦੂਰ ਕਰ ਦਿੱਤਾ ਸੀ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਇਹ ਸਾਨੂੰ ਅੰਮ੍ਰਿਤ ਛਕਾਇਆ, ਉਹ ਸਮੇਂ ਜਿਹੜੇ ਸੀ ਜੋ ਮਰਿਆਦਾ ਇੱਕ ਸਿੱਖ ਲਈ ਨੀਅਤ ਕੀਤੀ ਗਈ ਉਹੀ ਮਰਿਆਦਾ ਇੱਕ ਔਰਤ ਲਈ ਵੀ ਨੀਅਤ ਕੀਤੀ ਗਈ ਕਿ ਜੇ ਇੱਕ ਸਿੱਖ ਦਸਤਾਰ ਸਜਾ ਸਕਦਾ ਹੈ ਤੇ ਇੱਕ ਬੀਬੀ ਵੀ ਦਸਤਾਰ ਸਜਾ ਸਕਦੀ ਹੈ। ਫੋਰ ਐਗਜ਼ਾਮਪਲ ਤੁਸੀਂ ਬੀਬੀ ਦੀਪ ਕੌਰ ਜੀ ਦੇਖ ਲਓ, ਮਾਤਾ ਮਾਈ ਭਾਗੋ ਜੀ ਦੇਖ ਲਓ, ਉਹਨਾਂ ਵੀ ਦਸਤਾਰਾਂ ਸਜਾ ਕੇ ਜੰਗ ਦੇ ਮੈਦਾਨ ਦੇ ਵਿੱਚ ਜਿਹੜਾ ਆ ਉਹ ਜੂਝਿਆ ਸੀ ਸਿੰਘਾਂ ਦੇ ਵਾਂਗੂ। ਸੋ ਮੈਨੂੰ ਲੱਗਦਾ ਇਹ ਨਹੀਂ ਹੈ ਵੀ ਗੁਰੂ ਸਾਹਿਬ ਨੇ ਇਹ ਜਿਹੜੀ ਭੇਦਭਾਵ ਦਾ ਜਿਹੜਾ ਵਿਤਕਰਾ ਸੀ ਇੱਥੇ ਹੀ ਔਰਤ ਤੇ ਮਰਦ ਦਾ ਜਿਹੜਾ ਡਿਫਰੈਂਸ ਸੀ ਇੱਥੇ ਹੀ ਮੁਕਾ ਦਿੱਤਾ ਸੀ ਜਦੋਂ ਸਾਨੂੰ ਇੱਕ ਉਹਨਾਂ ਨੇ ਦਸਤਾਰ ਸਾਨੂੰ ਵੀ ਸਜਾਉਣ ਦੀ ਜਿਹੜੀ ਸੀ ਉਹ ਆ ਗਈ। ਕਹਿਣ ਦਾ ਭਾਵ ਹੈ ਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਦਸਤਾਰ ਬਖਸ਼ੀ, ਬੀਬੀਆਂ ਨੂੰ ਦਸਤਾਰ ਬਖਸ਼ੀ, ਉਹਨਾਂ ਨੇ ਮਰਦ ਤੇ ਔਰਤ ਵਿੱਚ ਇਸੇ ਤਰ੍ਹਾਂ ਇੱਕ ਭੇਦਭਾਵ ਖਤਮ ਕਰ। ਬਿਲਕੁਲ ਬਿਲਕੁਲ ਜੀ ਬਿਲਕੁਲ। ਚਲੋ ਬੜੀ ਖੁਸ਼ੀ ਤੁਹਾਡੇ ਨਾਲ ਗੱਲ ਕੀਤੀ। ਤੁਹਾਡੇ ਕੋਲ ਵੀ ਅਸੀਂ ਜਾਣਨਾ ਚਾਹਾਂਗੇ ਵੀ ਦਸਤਾਰ ਸਜਾਉਣ ਨਾਲ ਕੇਸਾਂ ਦੀ ਵੀ ਸੰਭਾਲ ਹੁੰਦੀ ਹੈ ਕਿ ਉਹਨਾਂ ਕੋਈ ਫਰਕ ਨਹੀਂ ਪੈਂਦਾ? ਬਿਲਕੁਲ ਹੁੰਦੀ ਹੈ। ਇੱਕ ਤਾਂ ਦੇਖੋ ਦਸਤਾਰ ਜਿਹੜੀ ਹੈ, ਜਿਸ ਤਰ੍ਹਾਂ ਅਸੀਂ ਚੁੰਨੀ ਹੈ, ਜੇ ਅਸੀਂ ਅੰਮ੍ਰਿਤ ਛਕਿਆ ਸਾਨੂੰ ਬਾਰ-ਬਾਰ ਚੁੰਨੀ ਲੈਣੀ ਪੈਂਦੀ ਹੈ ਸਿਰ ਤੇ, ਠੀਕ ਹੈ। ਦਸਤਾਰ ਬੰਨੀ ਹੋਵੇ ਤੇ ਸਾਨੂੰ ਚੁੰਨੀ ਬਾਰ-ਬਾਰ ਡਿੱਗਣ ਦੀ ਜਿਹੜੀ ਹੈ, ਸਿਰ ਢੱਕਣ ਦੀ ਉਹ ਪ੍ਰੋਬਲਮ ਨਹੀਂ ਰਹਿੰਦੀ। ਦੂਸਰੀ ਗੱਲ ਜਿਹੜੀ ਹੈ, ਜੇ ਦਸਤਾਰ ਅਸੀਂ ਬੰਨ੍ਹ ਕੇ ਰੱਖਾਂਗੇ ਸਾਡੀ ਕੇਸਾਂ ਦੀ ਸੰਭਾਲ ਰਹਿੰਦੀ ਹੈ। ਤੁਸੀਂ ਕਿਸੇ ਵੀ ਦੇਖ ਲਓ ਜਿਨ੍ਹਾਂ ਨੇ ਦਸਤਾਰ ਸਜਾਈ ਹੋਏਗੀ ਉਹਨਾਂ ਦੇ ਕੇਸ ਜਿਹੜੇ ਆ ਉਹ ਹਮੇਸ਼ਾ ਕਾਲੇ ਹੀ ਰਹਿੰਦੇ ਨੇ ਕਾਫੀ ਹੱਦ ਤੱਕ, ਕਿਉਂਕਿ ਉਹਨਾਂ ਨੂੰ ਜਿਹੜਾ ਘੱਟਾ ਮਿੱਟੀ ਹੈ ਜਾਂ ਧੂਪ ਹੈ ਇਸ ਤੋਂ ਬਚਾ ਰਹਿੰਦਾ ਹੈ। ਸੋ ਕੇਸਾਂ ਦੀ ਸੰਭਾਲ ਲਈ ਦਸਤਾਰ ਜਿਹੜੀ ਹੈ ਉਹ ਮਹੱਤਵਪੂਰਨ ਜਿਹੜਾ ਰੋਲ ਉਹਦਾ ਕਰਦੀ ਹੈ ਜੀ। ਹੁਣ ਅਸੀਂ ਪਹੁੰਚੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਪੰਜਾਬੀ ਪੁਸਤਕ ਦੇ ਪ੍ਰਕਾਸ਼ਕ
ਸਿੰਘ ਬ੍ਰਦਰਸ ਕੋਲ, ਜੋ ਕਿ ਪਹਿਲਾਂ ਪੁਸਤਕ ਸੇਲ ਦਾ ਕੰਮ ਕਰਦੇ ਸੀ ਤੇ ਹੁਣ ਉਹਨਾਂ ਨੇ ਪਗੜੀ ਸੇਲ ਦਾ ਕੰਮ ਵੀ ਸ਼ੁਰੂ ਕੀਤਾ ਹੈ। ਤੇ ਆਓ ਅਸੀਂ ਗੱਲ ਕਰਦੇ ਹਾਂ ਸਿੰਘ ਬ੍ਰਦਰਸ ਦੇ ਓਨਰ ਸਰਦਾਰ ਕੁਲਜੀਤ ਸਿੰਘ ਜੀ ਨਾਲ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਦਸਤਾਰ ਦਾ ਇੱਕ ਸਿੱਖ ਦੇ ਜੀਵਨ ਵਿੱਚ ਕੀ ਮਹੱਤਵ ਹੈ? ਇਹਦੇ 'ਚ ਕੋਈ ਦੋ ਰਾਵਾਂ ਹੀ ਨਹੀਂ ਹੈਗੀਆਂ ਕਿ ਦਸਤਾਰ ਸਿੱਖ ਦੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹੈ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨਾਂ 'ਚ ਬੜਾ ਸਪਸ਼ਟ ਹੈ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਤੇ ਜਦੋਂ ਰਹਿਤ ਦੀ ਗੱਲ ਹੈ, ਕੇਸਾਂ ਦੇ ਸੰਭਾਲ ਦੀ ਗੱਲ ਹੈ, ਤੇ ਸਿਰ ਤੇ ਸੱਜਣ ਵਾਲੀ ਉਹ ਕੇਸਕੀ, ਉਹ ਦਸਤਾਰ ਜਿਸ ਨਾਲ ਕੇਸਾਂ ਦੀ ਸੰਭਾਲ ਹੋਣੀ ਹੈ, ਉਹ ਜਿਹੜੀ ਹੈ ਇੰਨਾ ਕੁ ਮਹੱਤਵਪੂਰਨ ਅੰਗ ਹੈ। ਜੇ ਅਧਿਆਤਮਕ ਪੱਖ ਤੋਂ ਗੱਲ ਕਰਾਂ ਤਾਂ, ਜੇ ਰੱਖਿਆ ਦੇ ਪੱਖ ਤੋਂ ਗੱਲ ਕਰਾਂ ਤਾਂ, ਜੇ ਸਿੱਖੀ ਦੇ ਜੀਵਨ 'ਚ, ਜੀਵਨ ਜਾਚ 'ਚ ਰਹਿਤ ਦੀ ਪਾਲਣਾ ਦੀ ਗੱਲ ਕਰਾਂ, ਤੇ ਸਿੱਖੀ ਨੂੰ ਤੁਸੀਂ ਕਦੀ ਵੀ ਦਸਤਾਰ ਤੋਂ ਬਗੈਰ ਜਿਹੜਾ ਹੈ ਉਹ ਸੰਪੂਰਨ ਦੇਖ ਹੀ ਨਹੀਂ ਸਕਦੇ। ਜਦੋਂ ਸ਼ੁਰੂਆਤ ਦੇ ਵਿੱਚ ਭਾਈ ਮਰਦਾਨਾ ਜੀ ਗੁਰੂ ਘਰ ਦੀਆਂ ਬਖਸ਼ਿਸ਼ਾਂ ਦੀ ਗੱਲ ਕਰਦੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਨੇ ਦਸਤਾਰ ਦੇ ਨਾਲ ਭਾਈ ਮਰਦਾਨਾ ਜੀ ਨੂੰ ਜਿਹੜਾ ਹੈ ਉਹ ਆਪਣੇ ਨਾਲ ਸੰਗੀ ਬਣਾਉਣ ਲਈ ਸਭ ਤੋਂ ਪਹਿਲਾਂ ਉਹ ਦਸਤਾਰ ਜਿਹੜੀ ਹੈ ਉਹ ਭਾਈ ਮਰਦਾਨਾ ਜੀ ਨੂੰ ਦੇਣੀ ਜਿਹੜੀ ਹੈ ਉਹ ਜ਼ਰੂਰੀ ਸਮਝੀ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਤੱਕ ਦਸਤਾਰ ਨੇ ਉਸੇ ਤਰ੍ਹਾਂ ਹੀ ਜਿਹੜਾ ਹੈ ਉਹ ਸਫ਼ਰ ਤੈਅ ਕੀਤਾ, ਜਿਸ ਤਰ੍ਹਾਂ ਸਿੱਖੀ ਦੇ ਸਿਧਾਂਤਾਂ ਨੂੰ ਗੁਰੂ ਨਾਨਕ ਸਾਹਿਬ ਤੋਂ ਗੁਰੂ ਕਲਗੀਧਰ ਪਾਤਸ਼ਾਹ ਤੱਕ ਪਰਪੱਕਤਾ ਜਿਹੜੀ ਆ ਉਹ ਬਖਸ਼ਿਸ਼ ਹੋਈ ਹੈ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਦਸਤਾਰ ਦੇ ਮੁੱਢਲੇ ਸਰੂਪ ਤੋਂ ਲੈ ਕੇ ਈਵਨ ਅੰਗਰੇਜ਼ ਦੀ ਫੌਜ ਦੇ ਵਿੱਚ ਦਸਤਾਰ ਦੇ ਸਰੂਪ ਦਾ ਇੱਕ ਨਿਯਮਤ ਰੂਪ ਸਾਹਮਣੇ ਆਉਣਾ, ਤੇ ਅੱਜ ਦਸਤਾਰ ਦਾ ਕੋਈ ਪਟਿਆਲਾ ਸ਼ਾਹੀ, ਕੋਈ ਉਹਦੇ 'ਚ ਅੰਮ੍ਰਿਤਸਰੀ ਸਟਾਈਲ ਜਾਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਦਸਤਾਰ ਨੂੰ ਸਜਾਏ ਜਾਣ ਵਾਲੇ ਜਿਹੜੇ ਰੂਪ ਨੇ ਉਹ ਅੱਜ ਸਮੇਂ ਦੇ ਹਾਣੀ ਹੋ ਕੇ ਜਿੱਥੇ ਸਾਨੂੰ ਆਪਣੇ ਗੁਰੂ ਦੇ ਨਾਲ ਜੋੜ ਰਹੇ ਨੇ, ਉੱਥੇ ਸਾਡੇ ਸੁਹੱਪਨ ਨੂੰ, ਉੱਥੇ ਸਾਡੀ ਖੂਬਸੂਰਤੀ ਨੂੰ ਜਿਹੜਾ ਉਹ ਚਾਰ ਚੰਨ ਲਾ ਰਹੇ ਨੇ। ਇੱਕ ਲਾਈਨ ਦੇ ਵਿੱਚ ਜੇ ਕਹਿਣਾ ਹੋਵੇ ਤੇ ਤੁਸੀਂ ਇਹ ਗੱਲ ਸਪਸ਼ਟ ਹੈ ਕਿ ਸਿੱਖ ਜਿਹੜਾ ਹੈ ਉਹ ਉਨਾ ਚਿਰ ਤੱਕ ਸੰਪੂਰਨ ਹੀ ਨਹੀਂ ਜਿੰਨਾ ਚਿਰ ਤੱਕ ਦਸਤਾਰ ਜਿਹੜੀ ਹੈ ਉਹਦੇ ਸਿਰ ਦੇ ਉੱਤੇ ਜਿਹੜਾ ਉਹ ਨਹੀਂ ਸਜੀ ਹੋ ਸਕਦੀ। ਜੀ ਬਹੁਤ ਵਧੀਆ, ਬੜੀ ਤੁਸੀਂ ਵਧੀਆ ਜਾਣਕਾਰੀ ਦਿੱਤੀ। ਤੇ ਵੀਰ ਜੀ ਅਸੀਂ ਜਿਵੇਂ ਦੇਖ ਰਹੇ ਹਾਂ ਤੁਸੀਂ ਦਸਤਾਰ ਸਜਾਈ ਹੋਈ ਹੈ, ਵੀ ਅਸੀਂ ਲੋਕਾਂ ਨੂੰ ਵੀ ਇਹ ਦੱਸਣਾ ਚਾਹਾਂਗੇ, ਨਾਲੇ ਤੁਹਾਡੇ ਕੋਲ ਹੀ ਪੁੱਛਣਾ ਚਾਹਾਂਗੇ ਕਿ ਦਸਤਾਰ ਸਜਾ ਕੇ ਇੱਕ ਸਿੱਖ ਨੂੰ ਕੀ ਫੀਲ ਹੁੰਦਾ? ਦਸਤਾਰ ਸਜਾ ਕੇ ਮਹਿਸੂਸ ਕਰਨ ਦੀ ਗੱਲ ਬੜੀ ਸਪਸ਼ਟ ਜਿਹੀ ਹੈ ਕਿ ਜਦੋਂ ਗੁਰੂ ਸਾਹਿਬ ਨੇ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਚਾਰ ਮੂਹੇ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ ਦੀ ਗੱਲ ਕਹੀ ਹੋਏਗੀ, ਤੇ ਗੁਰੂ ਸਾਹਿਬ ਦਾ ਕਿਤੇ ਨਾ ਕਿਤੇ ਭਾਵ ਸਾਡੇ ਵੱਲ ਹੋਏਗਾ। ਤੇ ਆਮ ਸਮਾਜਿਕ ਜੀਵਨ ਦੇ ਵਿੱਚ ਕਿਸੇ ਵੇਲੇ ਵੀ ਪਹਿਚਾਣ ਕਰਨੀ ਹੋਵੇ ਤੇ ਉਹ ਕਹਿੰਦੇ ਆ ਕਿ ਇਹਦਾ ਮੁਹਾਂਦਰਾ ਇਹਦੀ ਮਾਂ ਨਾਲ ਬੜਾ ਮਿਲਦਾ, ਇਹਦਾ ਮੁਹਾਂਦਰਾ ਇਹਦੇ ਪਿਓ ਨਾਲ ਬਹੁਤ ਮਿਲਦਾ। ਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਦਸਤਾਰ ਹੀ ਮੇਰੇ ਸਰੂਪ ਦੇ ਉੱਤੇ ਇੱਕ ਉਹ ਪਹਿਚਾਣ ਹੈ ਜਿਹੜੇ ਨਾਲ ਮੇਰਾ ਮੁਹਾਂਦਰਾ ਗੁਰੂ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਦੇ ਬੱਚੇ ਨਾਲ ਮਿਲਦਾ। ਉਹ ਮੁਹਾਂਦਰਾ ਜਿਹੜਾ ਹੈ ਉਹ ਆਪਣੇ ਆਪ 'ਚ ਮੈਨੂੰ ਤੇ ਮੇਰੇ ਗੁਰੂ ਦੇ ਵਿਚਕਾਰ ਇੱਕ ਜਿਹੜਾ ਉਹਦਾ ਤੁਸੀਂ ਕਹੋ ਵੀ ਜਿਹੜੀ ਉਹ ਜੁੜੀ ਹੋਈ ਤਾਰ ਹੈ, ਤੰਦ ਹੈ, ਉਹ ਇਸ ਦਸਤਾਰ ਦੇ ਸਰੂਪ ਨਾਲ ਹੈ। ਬਿਨਾਂ ਸ਼ੱਕ ਦਸਤਾਰ ਵੱਜਣ ਤੋਂ ਬਾਅਦ ਤੁਸੀਂ ਜੇ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਅਸੀਂ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਹਾਂ, ਤੇ ਉਹਨਾਂ ਦੇ ਪਰਿਵਾਰ ਦਾ ਜੀ ਹੋਣ ਦੇ ਨਾਤੇ ਗੁਰੂ ਕਲਗੀਧਰ ਪਾਤਸ਼ਾਹ ਦੇ, ਮੈਂ ਇਹ ਤਾਂ ਨਹੀਂ ਕਹਿੰਦਾ ਸਾਹਿਬਜ਼ਾਦਿਆਂ ਵਾਲਾ ਤੇ ਸਾਡੇ ਜੀਵਨ 'ਚ ਕੋਈ ਪੱਖ ਅਸੀਂ ਪਾਲ ਨਹੀਂ ਸਕੇ, ਪਰ ਘੱਟੋ ਘੱਟ ਦਸਤਾਰ ਸਜਾ ਕੇ ਮੈਂ ਉਸ ਘਰ ਦਾ ਵਾਰਸ ਹੋਣ ਦਾ, ਉਸ ਪਰਿਵਾਰ ਦੇ ਬੱਚਾ ਹੋਣ ਦਾ ਮਾਣ ਜਿਹੜਾ ਉਹ ਬਹੁਤ ਮਹਿਸੂਸ ਕਰਦਾ। ਤੇ ਮੈਨੂੰ ਲੱਗਦਾ ਹੈ ਵੀ ਜੇ ਸਿਰ ਦੇ ਉੱਤੇ ਦਸਤਾਰ ਹੈ ਤੇ ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਦੇ ਜੀ ਹੋ ਹੀ ਆਪਣੇ ਆਪ ਦੇ ਵਿੱਚ। ਬਹੁਤ ਵਧੀਆ ਵੀਰ ਜੀ, ਬੜੀ ਖੁਸ਼ੀ ਤੁਹਾਡੇ ਨਾਲ ਗੱਲ ਕਰਕੇ ਜੀ। ਹੁਣ ਅਸੀਂ ਗੱਲ ਕਰਦੇ ਹਾਂ ਸਰਬਦੀਪ ਕੌਰ ਜੀ ਨਾਲ, ਤੇ ਉਹਨਾਂ ਕੋਲ ਅਸੀਂ ਜਾਣਕਾਰੀ ਲਵਾਂਗੇ ਵੀ ਦਸਤਾਰ ਦੀ ਇੱਕ ਸਿੱਖ ਦੇ ਜੀਵਨ ਵਿੱਚ ਕੀ ਮਹਾਨਤਾ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬਦੀਪ ਕੌਰ ਜੀ, ਅਸੀਂ ਦੇਖ ਰਹੇ ਹਾਂ ਬੜੀ ਸੋਹਣੀ ਤੁਸੀਂ ਦਸਤਾਰ ਸਜਾਈ ਹੋਈ ਹੈ। ਅਸੀਂ ਤੁਹਾਡੇ ਕੋਲ ਇਹ ਜਾਣਨਾ ਚਾਹਾਂਗੇ ਵੀ ਦਸਤਾਰ ਦੀ ਇੱਕ ਸਿੱਖ ਦੇ ਜੀਵਨ ਵਿੱਚ ਕੀ ਮਹਾਨਤਾ ਹੈ।
ਇਹ ਦਸਤਾਰ ਜਿਹੜੀ ਆ ਸਾਡੇ ਗੁਰੂਆਂ ਵੱਲੋਂ ਦਿੱਤੀ ਗਈ ਇੱਕ ਬਖਸ਼ਿਸ਼ ਵਿੱਚ ਦਾਤ ਦਿੱਤੀ ਗਈ ਆ, ਜਿਹਨੂੰ ਕਿ ਅਸੀਂ ਬੰਨ੍ਹਣ ਸਮੇਂ ਬਹੁਤ ਹੀ ਮਾਣ ਮਹਿਸੂਸ ਕਰਦੇ ਹਾਂ ਆਪਣੇ ਆਪ ਵਿੱਚ। ਐਂਡ ਇਹ ਜਿਹੜੀ ਦਸਤਾਰ ਆ ਸਾਨੂੰ ਸਾਰਿਆਂ ਤੋਂ ਅਲੱਗ ਦਰਸਾਉਂਦੀ ਆ, ਕਿਉਂਕਿ ਜਿਹੜੀ ਇੱਕ ਸਿੱਖ ਦੀ ਪਹਿਚਾਣ ਆ ਉਹ ਭਾਵੇਂ 1000 ਖਲੋਤੇ ਹੋਣ, ਉਹਨਾਂ ਵਿੱਚੋਂ ਇੱਕ ਸਿੱਖ ਨੇ ਦਮਾਲਾ ਬੱਧਾ ਹੋਏ ਤੇ ਉਹ ਗੁਰੂ ਦੇ ਸਿੱਖ ਵਜੋਂ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਮਤਲਬ ਕਿ ਇਹ ਸਾਨੂੰ ਦੂਜਿਆਂ ਨੂੰ ਵੱਖਰਾ ਕਰਦਾ ਹੈ। ਹਾਂਜੀ। ਠੀਕ ਹੈ। ਤੇ ਸਰਬਦੀਪ ਕੌਰ ਜੀ, ਵੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਦਸਤਾਰ ਸਜਾਉਂਦੇ ਹੋਏ? ਮੈਨੂੰ 7-8 ਸਾਲ ਹੋ ਗਿਆ ਦਸਤਾਰ ਸਜਾਉਂਦਿਆਂ ਹੋਇਆਂ। ਮੈਂ ਸਕੂਲ ਟਾਈਮ ਤੋਂ ਦਸਤਾਰ ਸਜਾਉਣਾ ਸਟਾਰਟ ਕੀਤਾ ਸੀ। ਹਾਂਜੀ ਸਰਬਦੀਪ ਕੌਰ ਜੀ, ਵੀ ਤੁਹਾਡੇ ਮਨ 'ਚ ਕੀ ਇਹੋ ਜਿਹਾ ਵਿਚਾਰ ਆਇਆ ਕਿ ਤੁਸੀਂ ਦਮਾਲਾ ਬੰਨ੍ਹਣਾ ਸ਼ੁਰੂ ਕੀਤਾ? ਮੈਂ ਸਕੂਲ ਟਾਈਮ ਵਿੱਚ ਮੇਰੀ ਇੱਕ ਫਰੈਂਡ ਸੀ, ਉਹ ਬਹੁਤ ਸੋਹਣਾ ਦਮਾਲਾ ਸਜਾਉਂਦੀ ਹੁੰਦੀ ਸੀ। ਉਹਨੂੰ ਦੇਖ ਕੇ ਮੇਰੇ ਦਿਲ 'ਚ ਵੀ ਇੱਛਾ ਹੋਈ ਕਿ ਮੈਂ ਵੀ ਦਮਾਲਾ ਸਜਾ ਕੇ ਗੁਰੂ ਧਾਰਨੀ ਬਣਾ ਅਤੇ ਗੁਰਸਿੱਖੀ ਨੂੰ ਅਪਣਾਵਾਂ। ਇਸ ਕਰਕੇ ਮੈਂ ਵੀ ਜਲਦੀ ਜਲਦੀ ਅੰਮ੍ਰਿਤ ਛਕ ਕੇ ਅਤੇ ਗੁਰਸਿੱਖੀ ਨਾਲ ਜੁੜ ਗਈ। ਕੀ ਤੁਹਾਡੇ ਮਨ 'ਚ ਇਹੋ ਜਿਹਾ ਵਿਚਾਰ ਪੈਦਾ ਹੋਇਆ ਕਿ ਜਿਵੇਂ ਦੂਜੀਆਂ ਕੁੜੀਆਂ ਨੂੰ ਵੇਖ ਕੇ ਤੁਹਾਡੇ ਮਨ 'ਚ ਇਹ ਵਿਚਾਰ ਆਇਆ ਹੋਵੇ ਕਿ ਮੈਂ ਵੀ ਇਹਨਾਂ ਵਾਂਗੂ ਵਾਲ ਖੁੱਲ੍ਹੇ ਛੱਡਾਂ, ਵੀ ਦਮਾਲਾ ਨਾ ਸਜਾਵਾਂ? ਨਹੀਂ, ਮੇਰੇ ਮਨ ਵਿੱਚ ਐਵੇਂ ਦਾ ਕੋਈ ਵਿਚਾਰ ਨਹੀਂ ਆਇਆ, ਕਿਉਂਕਿ ਇਹ ਜਿਹੜਾ ਬਾਣਾ ਮੈਂ ਧਾਰਨ ਕੀਤਾ ਹੈ ਮੈਨੂੰ ਇਹ ਬਹੁਤ ਪਸੰਦ ਆ। ਮੈਂ ਚਾਹੁੰਦੀ ਹਾਂ ਕਿ ਜਿਹੜੀਆਂ ਦੂਜੀਆਂ ਕੁੜੀਆਂ ਵਾ ਉਹ ਵੀ ਮੇਰੀਆਂ ਫਰੈਂਡਸ ਉਹ ਵੀ ਇਹ ਬਾਣਾ ਪਾਉਣ। ਹਾਂ, ਕਈ ਗਰਲਸ ਮੇਰੀਆਂ ਫਰੈਂਡਸ ਹੈਗੀਆਂ ਜਿਹੜੀਆਂ ਨੂੰ ਮਤਲਬ ਵਾਲ ਖੁੱਲ੍ਹੇ ਛੱਡਦੀਆਂ ਏ, ਉਹ ਵੀ ਮੇਰੇ ਤੋਂ ਇਹ ਚਾਹੁੰਦੀਆਂ ਨੇ ਕਿ ਮੈਂ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਗੁਰਸਿੱਖੀ ਨਾਲ ਜੋੜ ਕੇ ਅਤੇ ਉਹ ਵੀ ਦਸਤਾਰ ਸਜਾਇਆ ਕਰਨ ਅਤੇ ਮੇਰੇ ਵਰਗਾ ਹੀ ਬਾਣਾ ਪਹਿਨਣ ਅਤੇ ਮੇਰਾ ਵਰਗਾ ਹੀ ਪਹਿਰਾਵਾ ਪਹਿਨਣ। ਲੋ ਜੀ, ਹੁਣ ਅਸੀਂ ਗੱਲ ਕਰਦੇ ਹਾਂ ਸਰਦਾਰ ਜਤਿੰਦਰ ਸਿੰਘ ਜੀਤੂ ਜੀ ਨਾਲ, ਜੋ ਕਿ ਮਿਸਟਰ ਸਿੰਘ ਇੰਟਰਨੈਸ਼ਨਲ 2005 ਦਾ ਹਿੱਸਾ ਰਹਿ ਚੁੱਕੇ ਨੇ, ਟੌਪ 10 ਵਿੱਚ ਵੀ ਪਹੁੰਚੇ ਨੇ ਤੇ ਇਸ ਤੋਂ ਇਲਾਵਾ ਦਸਤਾਰ ਦੇ ਹੋਰ ਕਈ ਮੁਕਾਬਲੇ ਵੀ ਜਿੱਤ ਚੁੱਕੇ ਨੇ। ਤਾਂ ਅਸੀਂ ਗੱਲ ਕਰਦੇ ਹਾਂ ਜਤਿੰਦਰ ਸਿੰਘ ਜੀਤੂ ਨਾਲ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਇੱਕ ਆਮ ਜਿਹੇ ਸਵਾਲ ਜਿਹੜਾ ਕਾਫੀ ਲੋਕਾਂ ਦੇ ਜ਼ਿਹਨ ਵਿੱਚ ਆਉਂਦਾ ਹੈ ਕਿ ਪੰਜਾਬੀ ਲੋਕ ਦਸਤਾਰ ਦੇ ਰੰਗ ਦੀ ਚੋਣ ਕਿਸ ਤਰ੍ਹਾਂ ਕਰਦੇ ਨੇ, ਕਿਵੇਂ ਇਹਨੂੰ ਪਸੰਦ ਕਰਦੇ ਨੇ ਰੰਗ ਦੀ ਚੋਣ ਜੋ ਬੰਨ੍ਹਣ ਲੱਗਦੇ ਨੇ? ਦੇਖੋ, ਜਦੋਂ ਗੱਲ ਪੰਜਾਬ ਦੇ ਲੋਕਾਂ ਦੀ ਜਾਂ ਸਿੱਖੀ ਦੀ ਜੇ ਪਗੜੀ ਦੀ ਆਵੇ ਤਾਂ ਫਿਰ ਗੱਲ ਇੱਕ ਕਹਿਣੀ ਬਣਦੀ ਹੈ, ਲੋਕੀ ਦੁਨੀਆ 'ਚ ਵਸਦੇ ਬਥੇਰੇ, ਪੰਜਾਬੀਆਂ ਦੀ ਸ਼ਾਨ ਵੱਖਰੀ। ਬਿਲਕੁਲ। ਜਦੋਂ ਪੰਜਾਬੀਆਂ ਦੀ ਸ਼ਾਨ ਵੱਖਰੀ ਦੀ ਗੱਲ ਆਉਂਦੀ ਹੈ, ਹੁਣ ਇੱਕ ਸਿੰਘ ਸਾਹਿਬ ਨੇ ਆਪਣੀ ਪਗੜੀ ਦੇ ਨਾਲ ਦੀਆਂ ਗੱਡੀਆਂ ਰੱਖੀਆਂ, ਜਿਹੜੇ ਰੰਗ ਦੀ ਪਗੜੀ ਬੰਨਦੇ ਆ ਉਸੇ ਰੰਗ ਦੀ ਗੱਡੀ ਤੇ ਉਹ ਟਰੈਵਲ ਕਰਦੇ ਆ। ਕਿਆ ਬਾਤ। ਤੇ ਇਸ ਤੋਂ ਵੱਡੀ ਕੋਈ ਉਦਾਹਰਨ ਨਹੀਂ ਹੋ ਸਕਦੀ। ਦੂਜਾ ਨੰਬਰ, ਅਸੀਂ ਰੰਗਾਂ ਨੂੰ ਤਿਉਹਾਰਾਂ ਦੇ ਨਾਲ ਵੀ ਬੜਾ ਮੈਚ ਕਰਕੇ ਬੰਨਦੇ ਆ। ਜੇ ਬਸੰਤ ਹੈ ਤੇ ਬਸੰਤੀ ਰੰਗ, ਜੇ ਵਿਸਾਖੀ ਹੈ ਤੇ ਫਿਰ ਕੇਸਰੀ ਰੰਗ, ਤੇ ਜੇ ਕੋਈ ਹੋਰ ਓਕੇਸ਼ਨ ਤੇ ਕਿਸੇ ਸਗਨਾਂ ਵਾਲੇ ਕੰਮ ਦੇ ਵਿੱਚ ਲਾਲ ਗੁਲਾਬੀ ਪੱਗਾਂ ਅਸੀਂ ਸਾਡੀਆਂ ਚੱਲਦੀਆਂ ਨੇ, ਦਿਨ ਤਿਉਹਾਰਾਂ ਤੇ ਚੱਲਦੀਆਂ ਨੇ। ਬਿਲਕੁਲ ਬਿਲਕੁਲ, ਮੈਂ ਇਹ ਵੀ ਦੇਖਿਆ ਕਿ ਜਿਹੜੇ ਵਿਆਹ ਦੇ ਸਮੇਂ ਜਿਹੜੇ ਪੰਜਾਬੀ ਲੋਕ ਨੇ ਉਹ ਮੋਸਟਲੀ ਲਾਲ ਰੰਗ ਜਾਂ ਗੁਲਾਬੀ ਰੰਗ, ਗਾੜੇ ਗਾੜੇ ਰੰਗ ਪਾਉਂਦੇ ਨੇ। ਜੀ ਬਿਲਕੁਲ, ਪਰ ਇਸ ਤਰ੍ਹਾਂ ਦੀ ਕੋਈ ਬੰਦਿਸ਼ ਵੀ ਨਹੀਂ ਹੈ। ਤੁਸੀਂ ਜਿਸ ਤਰ੍ਹਾਂ ਮਰਜ਼ੀ ਕੋਈ ਆਪਣੀ ਦਸਤਾਰ ਸਜਾ ਸਕਦੇ ਹੋ। ਦਸਤਾਰ ਦਾ ਤੇ ਰੋਹ ਵੀ ਵੱਖਰਾ। ਤੁਸੀਂ ਸਰਦਾਰ ਬੰਦਾ ਕਿਸੇ ਵੀ ਰੰਗ ਦੀ ਦਸਤਾਰ ਬੰਨ ਲਿਓ, ਲੱਗਦਾ ਹੀ ਸੋਹਣਾ। ਸਰਦਾਰ ਕੀ ਕੋਈ ਵੀ ਬੰਦਾ ਕਿਸੇ ਵੀ ਰੀਜ਼ਨ ਦਾ ਜਦੋਂ ਦਸਤਾਰ ਬਣ ਲੈਂਦਾ ਸੋਹਣਾ ਲੱਗਣਾ ਸ਼ੁਰੂ ਹੋ ਜਾਂਦਾ। ਤੇ ਵੀਰ ਜੀ, ਇੱਕ ਮੈਂ ਹੁਣ ਤੁਹਾਡੇ ਵੱਲ ਵੀ ਦੇਖ ਰਿਹਾ ਕਿ ਤੁਸੀਂ ਅੱਜ ਬਲੈਕ ਕਲਰ ਦੀ ਟਰਬਨ ਬੰਨੀ ਹੈ, ਵੀ ਕੀ ਕਾਰਨ ਹੈ ਅੱਜ ਤੁਸੀਂ ਬਲੈਕ ਕਲਰ ਦੀ ਟਰਬਨ ਬੰਨੀ? ਮੈਂ ਹੁਣੇ ਆਪਣੇ ਸ਼ਬਦਾਂ 'ਚ ਕਲੀਅਰ ਕਰ ਚੁੱਕਿਆ ਕਿ ਅਸੀਂ ਕਿਸੇ ਵੀ ਰੰਗ ਨੂੰ ਕੋਈ ਬੰਦਿਸ਼ ਨਹੀਂ ਹੈ ਕਿ ਨਹੀਂ ਬੰਨਣੀ, ਪਰ ਅੱਜ ਮੌਸਮ ਬਾਹਰ ਬਾਰਿਸ਼ ਵਾਲਾ ਸੀ, ਮੈਂ ਕਿਹਾ ਚਲੋ ਅੱਜ ਕਾਲੀ ਰੰਗ ਦੀ ਜਿਹੜੀ ਦਸਤਾਰ ਸਜਾ ਲਈਏ ਕਿਆ ਜੀ, ਤੇ ਚੱਲੀਏ ਫਿਰ। ਹਾਂਜੀ, ਬਹੁਤ ਵਧੀਆ ਜੀ। ਹਾਂਜੀ ਵੀਰ ਜੀ, ਅਸੀਂ ਤੁਹਾਡੇ ਕੋਲ ਵੀ ਜਾਣਨਾ ਚਾਹਾਂਗੇ ਕਿ ਪੱਗਾਂ ਦੇ ਰੰਗਾਂ ਦਾ ਮੌਸਮ ਨਾਲ ਕੋਈ ਸੰਬੰਧ ਹੈਗਾ? ਮੌਸਮ ਨਾਲ ਮੈਨੂੰ ਲੱਗਦਾ ਨਹੀਂ ਕਿ ਮੌਸਮ ਨਾਲ ਕੋਈ ਸੰਬੰਧ ਹੋਵੇ। ਬਾਕੀ ਅਕੋਰਡਿੰਗ ਟੂ ਥੋਟ, ਤੁਸੀਂ ਜਿਵੇਂ ਮੈਂ ਬਸੰਤੀ ਨੂੰ ਬਸੰਤ ਦੇ ਨਾਲ ਮੈਚ ਕਰਤਾ ਤੇ ਵਿਸਾਖੀ ਨੂੰ ਕੇਸਰੀ ਦੇ ਨਾਲ ਮੈਚ ਕਰਤਾ, ਇੱਦਾਂ ਹੀ ਜੇਕਰ ਕੋਈ ਮੌਸਮ ਦੇ ਅਕੋਰਡਿੰਗ ਪੱਗ ਬੰਨਦਾ ਹੋਵੇ ਤੇ ਅਸੀਂ ਉਹਨੂੰ ਕੁਝ ਕਹਿ ਨਹੀਂ ਸਕਦੇ। ਬਾਕੀ ਇਹ ਮੈਂ ਜ਼ਰੂਰ ਕਹਾਂਗਾ ਕਿ ਅਸੀਂ ਰੰਗਾਂ ਵਿੱਚ ਜ਼ਰੂਰ ਕਰਦੇ ਹਾਂ, ਕੋਈ ਕੰਟਰਾਸਟ ਕਰਦੇ ਆ, ਕੋਈ ਮੈਚਿੰਗ ਦੇ ਨਾਲ ਕਰਦੇ ਆ। ਜੇ ਬਲੇਜ਼ਰ ਪਾਣਾ ਨਾਲ ਉਹਦੇ ਹੈਂਕੀ ਰੱਖ ਕੇ ਉਹਦੇ ਨਾਲ ਦੀ ਪੱਗ ਬੰਨਦੇ ਆ, ਕਿਉਂਕਿ ਪੱਗ ਦਾ ਕਨਸੈਪਟ ਹੀ ਇੰਨਾ ਪਿਆਰਾ, ਇੰਨਾ ਬਿਊਟੀਫੁਲ ਆ, ਜਿਹੜਾ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ ਵਾ ਕਿ ਅਸੀਂ ਜਿਹੜੇ ਵੀ ਰੰਗ ਦੀ ਪੱਗ ਬੰਨਦੇ ਆ, ਹਲਕਾ ਜਿਹਾ ਸ਼ੇਡ ਦੇਣ ਦੀ ਲੋੜ ਆ ਨਾਲ ਕਿਸੇ ਵੀ ਕੱਪੜੇ ਨੂੰ, ਉਹ ਪਰਫੈਕਟ ਲੱਗਦੀ ਆ, ਜੰਮਦੀ ਆ ਪੂਰੀ, ਮਤਲਬ ਜੱਚਦਾ ਰੰਗ। ਬਿਲਕੁਲ 200%। ਹਾਂਜੀ ਹਾਂਜੀ, ਕੱਪੜੇ ਦਾ ਨਾਲ ਰੰਗ ਦੀ ਜੱਚਦੀ। ਤੁਸੀਂ ਹੁਣ ਦੇਖ ਲਓ, ਤੁਸੀਂ ਪਗੜੀ ਸਜਾਈ ਆ ਤੇ ਉਹਦੇ ਵਿੱਚ ਧਾਰੀਆਂ ਜਿਹੜੀਆਂ ਤੁਹਾਡੀਆਂ ਨਾਲ ਰੰਗਾਂ ਵਿੱਚ ਹੀ ਪੂਰੀ ਲੱਗ ਰਹੀ ਆ। ਹਾਂਜੀ, ਮੈਂ ਵੀ ਜਦੋਂ ਸਵੇਰੇ ਪੱਗ ਬੰਨਣ ਲੱਗਾ ਸੀ ਨਾ, ਮੈਂ ਵੀ ਮਨ 'ਚ ਸੋਚਿਆ ਵੀ ਇਹ ਸ਼ਰਟ ਇੱਕ ਆਹ ਪਾਈ ਇਹਦੇ ਨਾਲ ਦੀ ਰੰਗ ਦੀ ਪੱਗ ਹੀ ਬੰਨੀ ਜਾਵੇ, ਤੇ ਇਸ ਲਈ ਫਿਰ ਮੋਰ ਪੰਖੀਆ ਪੱਗ ਮੈਂ ਲਿਆ। ਬਿਲਕੁਲ, ਮੋਰ ਪੰਖੀਆ ਦੇ ਨਾਲ ਤੁਸੀਂ ਹੁਣ ਦੇਖੋ, ਜੇਕਰ ਗੱਲ ਕੀਤੀ ਜਾਵੇ ਇਸ ਨੂੰ, ਇਸੇ ਕੜੀ ਨੂੰ ਅੱਗੇ ਵਧਾਈਏ ਤੇ ਤੁਸੀਂ ਵਾਈਟ ਸ਼ਰਟ ਅੰਦਰ ਵਾਈਟ ਬੇਸ ਹੈ, ਤੁਸੀਂ ਵਾਈਟ ਵੀ ਬੰਨ ਸਕਦੇ ਸੀ, ਪਰ ਉਹਦਾ ਕਨਸੈਪਟ ਵੇਖੋ ਕਿੰਨਾ ਬਿਊਟੀਫੁਲ ਲੱਗ ਰਿਹਾ ਕਿ ਤੁਸੀਂ ਮੋਰ ਪੰਖੀਆ ਰੰਗ ਦੀ ਜੇ ਦਸਤਾਰ ਸਜਾਈ, ਇਹਦੇ ਵਿੱਚ ਧਾਰੀਆਂ ਵੀ ਇਹਦੇ ਨਾਲ ਜਿਹੜੀਆਂ ਉਹ ਮੈਚ ਖਾਂਦੀਆਂ ਪਈਆਂ, ਫਿਰ ਤੁਹਾਡੀ ਪੈਂਟ ਵੀ ਇਸ ਤਰ੍ਹਾਂ ਦੀ ਹੈ
ਅਲਟੀਮੇਟਲੀ ਕਿਤੇ ਨਾ ਕਿਤੇ ਕਨੈਕਸ਼ਨ ਬਹੁਤ ਗੂੜਾ ਇਹਨਾਂ ਸਭ ਚੀਜ਼ਾਂ ਦਾ। ਜੀ, 50 ਦਾ ਵੀ ਜਿਹੜਾ ਉਹ ਤੁਸੀਂ ਰੱਖਿਆ ਵਾ ਨਾਲ ਕਨਸੈਪਟ, ਜਿਹੜਾ ਉਹ ਰਲਦਾ ਮਿਲਦਾ ਤੁਹਾਡੀ ਸ਼ਰਟ ਦੇ ਨਾਲ। ਸੋ ਅਲਟੀਮੇਟਲੀ ਇੱਕ ਪੂਰਾ ਪੈਕੇਜ ਆ ਦਸਤਾਰ ਦਾ। ਵਾਹ ਜੀ ਵਾਹ, ਕੀ ਬਾਤ ਹੈ ਵੀਰ ਜੀ। ਅਸੀਂ ਤੁਹਾਡੇ ਕੋਲ ਥੋੜੀ ਜਾਣ ਕੇ ਤੁਸੀਂ ਤਾਂ ਸਾਨੂੰ ਪੂਰਾ ਖਜ਼ਾਨਾ ਬਹੁਤ ਦਿੱਤਾ। ਮਿਹਰਬਾਨੀ ਜੀ। ਤੇ ਆਪ ਜੀ ਦਾ ਵੀਰ ਜੀ ਬਹੁਤ ਬਹੁਤ ਧੰਨਵਾਦ। ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਇਹੋ ਜਿਹੀ ਸ਼ਖਸੀਅਤ ਨਾਲ ਜੋ ਕਿ ਪਹਿਲਾਂ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਤੇ ਉਹਨਾਂ ਨਾਂ ਸੀ ਖਵਾਇਸ਼, ਪਰ ਉਹ ਅੰਮ੍ਰਿਤਸਰ ਵਿੱਚ ਆ ਕੇ ਉਹਨਾਂ ਨੇ ਅੰਮ੍ਰਿਤਪਾਨ ਕੀਤਾ ਤੇ ਖਵਾਇਸ਼ ਤੋਂ ਕੀਰਤਨ ਕੌਰ ਬਣ ਗਏ। ਤੇ ਆਓ ਉਹਨਾਂ ਕੋਲ ਜਾਣਦੇ ਹਾਂ ਖਵਾਇਸ਼ ਤੋਂ ਕੀਰਤਨ ਦਾ ਸਫ਼ਰ ਉਹਨਾਂ ਨੇ ਕਿਸ ਤਰ੍ਹਾਂ ਤੈਅ ਕੀਤਾ। मैं हिंदू फैमिली से बिलोंग करती हूँ, तो मैं वहाँ मॉडलिंग करती थी। तो मैं जब यहाँ आई तो मैंने यहाँ बच्चों को भी देखा, बड़े भी थे, तो वो लोग दस्तार सजाते थे, तो उनको एक तरीके से रेस्पेक्ट भी बहुत मिलती थी। और फिर मैंने उनमें से किसी से पूछा कि आप ये क्यों सजाते हो, इसकी हिस्ट्री क्या है आपकी। तो उन्होंने मुझे बहुत कुछ बताया और फिर कहा कि अमृतपान करके ऐसा होता है। तो उन्होंने मुझे बोला कि आप अमृतपान करके ऐसा आप भी सजा सकते हो। तो फिर मैं भी ये सब करने लगी। ਤੇ ਤੁਹਾਨੂੰ ਕੀ ਲੱਗਦਾ ਕਿ ਦਸਤਾਰ ਸਜਾਉਣ ਤੋਂ ਪਹਿਲਾਂ ਤੇ ਦਸਤਾਰ ਸਜਾਉਣ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਕੋਈ ਫਰਕ ਆਇਆ? हाँ, इसको सजाने से रेस्पेक्ट भी बहुत मिलती है और हमें दूर से ही कोई पहचान जाता है कि हमें हमारे बारे में बताना नहीं पड़ता, वो अपने आप ही पता कर लेते हैं कि ये सरदार बंदा जा रहा है। ਕਿ ਦਸਤਾਰ ਸਜਾਈਏ ਸਰਦਾਰ ਹੀ ਹੋਗਾ। ਤੋ ਤੁਹਾਡੇ ਕੋਲ ਇਹ ਵੀ ਮੈਂ ਜਾਣਨਾ ਚਾਹਾਂਗਾ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਪਹਿਲਾਂ ਜੈਪੁਰ ਵਿੱਚ ਰਹਿ ਕੇ ਮੋਡਲਿੰਗ ਕਰਦੇ ਸੀ, ਤੇ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਹੁਣ ਵੀ ਮੋਡਲਿੰਗ ਕਰ ਸਕਦੇ ਹੋ ਇਸ ਰੂਪ ਵਿੱਚ? हाँ जी, मैंने यहाँ पर एक मिस ईरान देखी थी, तो वो पहले मिस ईरान पहले अलग रूप में वो अपनी मॉडलिंग करती थी, बट वो यहाँ पर आके उसने अमृतपान किया, देन वो दमाला बांधकर और फिर वो मॉडलिंग कर रही है। तो उसको देखकर मुझे लगा कि अगर वो कर सकती है तो हम भी कर सकते हैं, मैं भी कर सकती हूँ। ਇਸ ਐਪੀਸੋਡ ਵਿੱਚ ਅਸੀਂ ਵੇਖਿਆ ਕਿ ਸਿੱਖ ਧਰਮ ਵਿੱਚ ਦਸਤਾਰ ਦਾ ਕੀ ਮਹੱਤਵ ਹੈ ਅਤੇ ਵੱਖ-ਵੱਖ ਲੋਕ ਇਸ ਬਾਰੇ ਕੀ ਸੋਚ ਰੱਖਦੇ ਨੇ। ਤੇ ਅਸੀਂ ਆਸ ਕਰਦੇ ਹਾਂ ਤੁਹਾਨੂੰ ਸਾਡਾ ਇਹ ਐਪੀਸੋਡ ਪਸੰਦ ਆਇਆ ਹੋਵੇਗਾ ਤੇ ਤੁਸੀਂ ਸਾਡਾ YouTube ਚੈਨਲ 6 ਐਵਰੀਵੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।